ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਜਪਜੀ ਸਾਹਿਬ ਦੀ ਚੌਥੀ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਤੇ ਚੌਥੀ ਪੌੜੀ ਦਾ ਸਟਾਰਟ ਹੁੰਦੀ ਹੈ, ਉਹ ਹੈ ਸਾਚਾ ਸਾਹਿਬ ਸਾਚ ਨਾਈ। ਹੁਣ ਇੱਥੇ ਸਾਚਾ ਸਾਹਿਬ ਕਿਹਨੂੰ ਕਿਹਾ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਰਮਾਤਮਾ ਨੂੰ ਕਿ ਪਰਮਾਤਮਾ ਹੀ ਸੱਚਾ ਸਾਹਿਬ ਹੈ, ਉਹੀ ਸੱਚਾ ਮਾਲਿਕ ਹੈ, ਬਾਕੀ ਸਭ ਝੂਠੇ ਮਾਲਿਕ ਨੇ। ਹੁਣ ਜੇ ਕਿਸੇ ਦਾ ਮਕਾਨ ਡਿੱਗ ਜਾਏ ਤੇ ਮਾਲਿਕ ਮਕਾਨ ਨੂੰ ਵੇਖ ਕੇ ਰੋਂਦਾ ਹੈ ਕਿ ਮੈਂ ਇੰਨਾ ਸੋਹਣਾ ਮਕਾਨ ਬਣਾਇਆ ਸੀ, ਇਹ ਡਿੱਗ ਪਿਆ, ਤੇ ਉਹਦਾ ਰੋਣਾ ਨਿਕਲ ਜਾਂਦਾ ਹੈ। ਲੇਕਿਨ ਤੁਸੀਂ ਕਦੀ ਦੇਖਿਆ ਹੈ ਜੇ ਮਕਾਨ ਮਾਲਿਕ ਮਰ ਜਾਏ ਤੇ ਮਕਾਨ ਰੋਵੇ? ਕਦੀ ਨਹੀਂ ਹੁੰਦਾ ਐਵੇਂ। ਇਸ ਕਰਕੇ ਗੁਰਬਾਣੀ ਵਿੱਚ ਵੀ ਕਿਹਾ ਹੈ, ਖਸਮ ਮਰੇ ਤਾਂ ਨਾਰ ਨਾ ਰੋਵੇ। ਧਨ ਜਾਂ ਪੈਸੇ ਦਾ ਜਦੋਂ ਮਾਲਿਕ ਜੋ ਮਾਇਆ ਹੈ, ਇਹਦਾ ਖਸਮ ਮਾਲਿਕ ਕਦੇ ਮਰ ਜਾਏ ਤੇ ਮਾਇਆ ਰੋਂਦੀ ਨਹੀਂ, ਔਰ ਇਹਦਾ ਫੌਰਨ ਕੋਈ ਹੋਰ ਰਖਵਾਲਾ ਹੋ ਜਾਂਦਾ ਹੈ। ਜਿਵੇਂ ਪਿਓ ਮਰ ਗਿਆ, ਪੁੱਤਰ ਰਖਵਾਲਾ ਹੋ ਗਿਆ, ਪੁੱਤਰ ਮਰ ਗਿਆ, ਫਿਰ ਪੋਤਰਾ ਰਖਵਾਲਾ ਬਣ ਜਾਂਦਾ ਹੈ। ਇਹਨੂੰ ਮਾਇਆ ਨੂੰ ਸਦਾ ਸੁਹਾਗਣ ਮੰਨਿਆ ਗਿਆ ਹੈ। ਇਹ ਕਦੀ ਰੰਡੀ ਨਹੀਂ ਹੁੰਦੀ, ਇਹ ਰੋਂਦੀ ਵੀ ਨਹੀਂ ਕਦੀ। ਧਨ ਜਾਇਆ ਹੋ ਗਿਆ, ਚਲਾ ਗਿਆ, ਧਨ ਨਹੀਂ ਰੋਂਦਾ, ਪਰ ਜਿਹਦੇ ਕੋਲੋਂ ਚਲਾ ਗਿਆ ਹੈ ਉਹ ਰੋਂਦਾ ਹੈ। ਹੁਣ ਪਰਿਪੂਰਨ ਪਰਮਾਤਮਾ ਸਹੀ ਮਾਇਨੇ ਵਿੱਚ ਸੱਚਾ ਮਾਲਿਕ ਹੁੰਦਾ ਹੈ। ਉਹ ਐਸੀ ਸਾਜੋ ਸਮੱਗਰੀ ਦਾ ਮਾਲਿਕ ਹੈ ਜੋ ਨਾ ਉਹਦੇ ਕੋਲੋਂ ਕੋਈ ਖੋ ਸਕਦਾ ਹੈ ਔਰ ਨਾ ਹੀ ਉਸ ਦੀ ਮਲਕੀਅਤ ਖਤਰੇ ਵਿੱਚ ਹੈ। ਅਸਲੀ ਮਾਲਿਕ ਤੇ ਪਰਿਪੂਰਨ ਪਰਮਾਤਮਾ ਹੀ ਹੈ। ਮਨੁੱਖ ਜਿਹੜਾ ਮਾਲਿਕ ਹੋਣ ਦਾ ਦਾਅਵਾ ਕਰਦਾ ਹੈ, ਇਹ ਗੱਲ ਝੂਠ ਹੈ। ਹੁਣ ਕੋਈ ਕੱਲਾ ਦੀਪ, ਟਾਪੂ ਜਾਂ ਜਜ਼ੀਰਾ ਹੋਵੇ ਔਰ ਕੋਈ ਕੱਲਾ ਬੰਦਾ ਹੀ ਸਾਰੇ ਜਜ਼ੀਰੇ ਦਾ ਮਾਲਿਕ ਹੋਵੇ, ਟਾਪੂ ਦਾ ਮਾਲਿਕ ਹੋਵੇ, ਤੇ ਉਹਨੂੰ ਉੱਥੇ ਨੇਮ ਪਲੇਟ ਲਾਉਣ ਦੀ ਲੋੜ ਨਹੀਂ ਪਵੇਗੀ ਕਿ ਮੈਂ ਇੱਥੋਂ ਦਾ ਮਾਲਿਕ ਹਾਂ। ਕੌਣ ਪੜੇਗਾ ਉਸ ਪਲੇਟ ਨੂੰ? ਕੌਣ ਮਲਕੀਅਤ ਨੂੰ ਪੜੇਗਾ? ਮਲਕੀਅਤ ਵਿਖਾਉਣ ਵਾਸਤੇ ਤਾਂ ਕੋਈ ਦੂਸਰੇ ਤੀਸਰੇ ਦੀ ਲੋੜ ਪੈਂਦੀ ਹੈ। ਮਲਕੀਅਤ ਦੂਸਰੇ ਤੀਸਰੇ ਦੇ ਆਸਰੇ ਤੇ ਹੀ ਪ੍ਰਗਟ ਹੋ ਸਕਦੀ ਹੈ, ਪਰ ਪਰਮਾਤਮਾ ਦੀ ਮਲਕੀਅਤ ਪ੍ਰਗਟ ਹੋ ਸਕੇ ਉਹਨੂੰ ਕਿਸੇ ਆਸਰੇ ਦੀ ਲੋੜ ਨਹੀਂ। ਸਾਹਿਬ ਕਹਿੰਦੇ ਨੇ ਤੂੰ ਸੱਚਾ ਮਾਲਿਕ ਹੈ, ਬਾਕੀ ਝੂਠੇ ਮਾਲਿਕ ਨੇ। ਇੱਕ ਫਕੀਰ ਨੂੰ ਕਿਸੇ ਦਿਨ ਰਾਤ ਕੱਟਣ ਦੀ ਲੋੜ ਪੈ ਗਈ ਤੇ ਉਹ ਜਾ ਕੇ ਬੂਹਾ ਖੜਕਾਉਂਦਾ ਹੈ ਤੇ ਅੱਗੋਂ ਦਰਵਾਨ ਬੂਹਾ ਖੋਲ੍ਹਦਾ ਹੈ। ਫਕੀਰ ਕਹਿੰਦਾ ਮੈਂ ਇਸ ਸਰਾਂ ਵਿੱਚ ਰਾਤ ਕੱਟਣੀ ਹੈ। ਉਹ ਸਰਾਂ ਨਹੀਂ ਹੁੰਦੀ, ਉਹ ਕਿਸੇ ਬਾਦਸ਼ਾਹ ਦਾ ਮਹਿਲ ਹੁੰਦਾ ਹੈ। ਬਾਦਸ਼ਾਹ ਇਹ ਗੱਲ ਸੁਣ ਲੈਂਦਾ ਤੇ ਉਸਨੂੰ ਗੁੱਸਾ ਆਉਂਦਾ। ਉਹ ਕਹਿਣ ਲੱਗਦਾ ਸਰਾਂ ਨਹੀਂ, ਇਹ ਮੇਰਾ ਮਹਿਲ ਹੈ, ਮੇਰਾ ਘਰ ਹੈ। ਫਕੀਰ ਕਹਿੰਦਾ 2-4 ਸਾਲ ਪਹਿਲਾਂ ਮੈਂ ਆਇਆ ਸਾਂ ਤੇ ਇੱਥੋਂ ਦਾ ਮਾਲਕ ਕੋਈ ਹੋਰ ਸੀ। ਬਾਦਸ਼ਾਹ ਕਹਿੰਦਾ ਹਾਂ, ਉਹ ਮੇਰੇ ਪਿਤਾ ਜੀ ਸਨ। ਫਕੀਰ ਕਹਿੰਦਾ ਉਸ ਤੋਂ 2-4 ਸਾਲ ਪਹਿਲਾਂ ਮੈਂ ਆਇਆ ਸਾਂ ਤੇ ਉਦੋਂ ਹੋਰ ਕੋਈ ਸੀ। ਤੇ ਫਿਰ ਬਾਦਸ਼ਾਹ ਕਹਿੰਦਾ ਹਾਂ, ਉਹ ਮੇਰੇ ਦਾਦਾ ਜੀ ਸਨ। ਫਕੀਰ ਕਹਿੰਦੇ ਜਿਸ ਦਾ ਮਾਲਿਕ ਹੀ ਹਮੇਸ਼ਾ ਬਦਲਦਾ ਰਹਿੰਦਾ ਹੈ, ਇਹ ਮਹਿਲ ਕਿਸ ਤਰ੍ਹਾਂ ਹੈ? ਇਹਦਾ ਤੇ ਮਾਲਿਕ ਹੀ ਕੋਈ ਅਟੱਲ ਨਹੀਂ, ਇਹ ਫਿਰ ਮਹਿਲ ਨਹੀਂ, ਇਹ ਤੇ ਸਰਾਂ ਹੈ। ਕੱਲ ਨੂੰ ਤੂੰ ਵੀ ਨਹੀਂ ਰਹੇਗਾ, ਫਿਰ ਇਹਦਾ ਮਾਲਿਕ ਹੋਰ ਕੋਈ ਹੋਏਗਾ। ਇਹ ਤੇ ਮੁਸਾਫਿਰਖਾਨਾ ਹੈ। ਇਸ ਲਈ ਮਨੁੱਖ ਦੀ ਮਲਕੀਅਤ ਝੂਠੀ ਹੈ। ਮਨੁੱਖ ਦਾ ਸਾਹਿਬ ਪ੍ਰਗਟ ਕਰਨਾ ਵੀ ਝੂਠਾ ਹੰਕਾਰ ਹੀ ਹੈ। ਸਤਿਗੁਰ ਕਹਿੰਦੇ ਨੇ ਉਹ ਜਿਸ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ, ਉਹੀ ਸੱਚਾ ਮਾਲਿਕ ਹੈ। ਸਾਚਾ ਸਾਹਿਬ ਸਾਚਾ ਨਾਏ, ਤੇ ਉਹਦਾ ਨਾਮ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਮਨੁੱਖਾਂ ਦੇ ਨਾਮ ਮਿਟ ਜਾਂਦੇ ਨੇ, ਹਾਲਾਂਕਿ ਚਾਹਤ ਮਨੁੱਖ ਦੀ ਵੀ ਇਹ ਹੈ ਕਿ ਮੇਰਾ ਨਾਮ, ਮੇਰੀ ਵਡਿਆਈ ਸਦੀ ਵੀ ਰਹੇ। ਇਸ ਵਾਸਤੇ ਮਨੁੱਖ ਕਿਤੇ ਤਾਂਬੇ ਦੀਆਂ, ਕਿਤੇ ਸੋਨੇ ਦੀਆਂ, ਕਿਤੇ ਪੱਥਰ ਦੀਆਂ ਪਲੇਟਾਂ ਆਪਣਾ ਨਾਮ ਦੇ ਅੱਗੇ ਲਗਵਾ ਕੇ ਤੇ ਆਪਣੇ ਨਾਮ ਨੂੰ ਅਮਰ ਕਰਵਾਉਣਾ ਚਾਹੁੰਦਾ ਹੈ। ਅਕਸਰ ਧਰਮ ਮੰਦਿਰਾਂ ਵਿੱਚ ਚਿੱਟੇ ਪੱਥਰ ਤੇ ਬੰਦਿਆਂ ਦੇ ਕਾਲੇ ਨਾਂ ਲਿਖ ਕੇ ਕਾਲੇ ਕੀਤੇ ਜਾ ਚੁੱਕੇ ਹਨ। ਖੂਬਸੂਰਤ ਸੰਗਮਰਮਰ ਦੇ ਚਿੱਟੇ ਫਰਸ਼ ਬੰਦਿਆਂ ਦੇ ਕਾਲੇ ਨਾਮ ਲਿਖ ਕੇ ਕਾਲੇ ਹੋ ਗਏ ਨੇ। ਮਨੁੱਖ ਦੇ ਅੰਦਰ ਦੀ ਹਉਮੈ ਤੇ ਅੰਦਰ ਦਾ ਕਾਲਾ ਹੰਕਾਰ ਧਰਮ ਮੰਦਿਰਾਂ ਦੇ ਵਿੱਚ ਆ ਗਿਆ ਹੈ। ਮਨੁੱਖ ਦੀ ਭੁੱਖ ਹੈ ਮੈਂ ਮਿਟ ਜਾਵਾਂਗਾ, ਪੱਥਰਾਂ ਦੇ ਆਸਰੇ ਤੇ ਸ਼ਾਇਦ ਮੇਰਾ ਨਾਮ ਕੁਝ ਹੋਰ ਰਹੇ। ਅਮਰ ਹੋਣ ਦੀ ਭੁੱਖ ਮਨੁੱਖ ਦੇ ਅੰਦਰ ਹੈ, ਇਸ ਕਰਕੇ ਪਲੇਟਾਂ ਤੇ ਨਾਮ ਲਿਖਦਾ ਹੈ ਆਪਣਾ।
ਕੌਣ ਦੱਸੇ ਇਹ ਪੱਥਰ ਵੀ ਮਿਟ ਜਾਣੇ ਨੇ, ਪੱਥਰਾਂ ਦੀ ਵੀ ਉਮਰ ਹੁੰਦੀ ਹੈ। ਕੌਣ ਦੱਸੇ ਤੇਰੀ ਹਸਤੀ ਹੀ ਮਿਟ ਗਈ ਤੇ ਨਾਮ ਕੀ ਮੈਨੇ ਰੱਖਦਾ ਹੈ। ਤੇਰੀ ਵਡਿਆਈ ਹੀ ਖੋ ਗਈ, ਤੇਰੇ ਗੁਣ ਹੀ ਖੋ ਗਏ ਤੇਰੇ ਨਾਲ, ਤੇਰੇ ਨਾਮ ਕੀ ਮਾਇਨੇ ਰੱਖਦਾ ਹੈ। ਸਤਿਗੁਰ ਕਹਿ ਰਹੇ ਨੇ ਮਾਲਿਕ ਸੱਚਾ ਹੈ ਔਰ ਉਸ ਦੀ ਵਡਿਆਈ ਵੀ ਸੱਚੀ ਹੈ। ਜੇ ਇਸ ਨੂੰ ਮਾਲਿਕ ਆਖੀਏ ਤਾਂ ਮਾਲਿਕ ਆਖਣਾ ਸੱਚ ਹੈ, ਉਹਨੂੰ ਦਾਨੀ ਗਿਆਨੀ ਆਖਣਾ ਸੱਚ ਹੈ। ਜੇ ਇਹੀ ਰਕਮ ਇਨਸਾਨ ਨਾਲ ਜੋੜੀਏ ਤੇ ਸੰਕੋਚ ਵਸ ਕਹਿਣਾ ਪੈਂਦਾ ਹੈ ਪਤਾ ਨਹੀਂ ਮਾਲਿਕ ਹੈ ਵੀ ਸੀ ਕਿ ਨਹੀਂ, ਇਸ ਨੂੰ ਦਾਨੀ ਗਿਆਨੀ ਹੈ ਵੀ ਸੀ ਕਿ ਨਹੀਂ। ਕਹਿਣ ਵਿੱਚ ਇਹ ਮਾਲਿਕ ਹੋਣ ਦਾ ਦਾਅਵਾ ਕਰ ਰਿਹਾ ਹੈ, ਪਰ ਇਹ ਦਾਅਵਾ ਇਹਦਾ ਸੱਚਾ ਵੀ ਹੈ ਕਿ ਨਹੀਂ। ਜ਼ਮੀਨ ਦਾ ਮਾਲਿਕ, ਮਹਿਲ ਦਾ ਮਾਲਿਕ ਆਪਣੇ ਆਪ ਨੂੰ ਖਵਾ ਰਿਹਾ ਹੈ, ਪਰ ਵਸਤੂਆਂ ਬਣੀਆਂ ਰਹਿੰਦੀਆਂ ਨੇ, ਮਾਲਿਕ ਰੁਖਸਤ ਹੋ ਜਾਂਦੇ ਨੇ। ਸੰਸਾਰ ਵਿੱਚ ਮਨੁੱਖ ਦੇ ਰੁਖਸਤ ਹੁੰਦਿਆਂ ਲੇਕਿਨ ਸੋਨਾ ਚਾਂਦੀ ਮਹਿਲ ਮਾੜੀਆਂ ਇਹ ਸਭ ਤੇ ਰਹਿੰਦੀਆਂ ਹੀ ਨੇ ਨਾ। ਰੂਪ ਰੰਗ ਸਭ ਕੁਛ ਇੱਥੇ ਰਹਿ ਜਾਂਦਾ ਹੈ, ਸਭ ਕੁਛ ਬਣਿਆ ਰਹਿੰਦਾ ਹੈ, ਮਾਲਿਕ ਮਿਟ ਜਾਂਦਾ ਹੈ। ਜਿੱਥੇ ਮਾਲਿਕ ਮਿਟ ਜਾਏ ਉਹ ਮਾਲਿਕ ਹੈ ਹੀ ਨਹੀਂ। ਸਤਿਗੁਰੂ ਕਹਿ ਰਹੇ ਨੇ ਮਾਲਿਕ ਸੱਚਾ ਹੈ, ਉਹ ਪਰਮਾਤਮਾ ਹੈ ਔਰ ਉਸ ਦੀ ਵਡਿਆਈ ਹੀ ਸੱਚੀ ਹੈ। ਸਾਚਾ ਸਾਹਿਬ ਸਾਚ ਨਾਈ, ਭਾਖਿਆ ਪਉ ਅਪਾਰ। ਹੁਣ ਭਾਖਿਆ ਪਉ ਅਪਾਰ ਤੋਂ ਕੀ ਮਤਲਬ ਹੈ? ਭਾਖਿਆ ਦਾ ਮਤਲਬ ਹੁੰਦਾ ਹੈ ਬੋਲੀ, ਯਾਨੀ ਕਿ ਉਸ ਪਰਮਾਤਮਾ ਦੀ ਬੋਲੀ ਕੀ ਹੈ। ਹੁਣ ਅਰਬੀ ਲੋਕ ਕਹਿੰਦੇ ਨੇ ਖੁਦਾ ਅਰਬੀ ਵਿੱਚ ਬੋਲਦਾ ਹੈ, ਕਿਉਂਕਿ ਮੁਹੰਮਦ ਸਾਹਿਬ ਨੂੰ ਜੋ ਕੁਰਾਨ ਨਾਜ਼ਲ ਹੋਈ ਸੀ ਅਰਬੀ ਵਿੱਚ ਹੋਈ ਸੀ। ਸਾਡੇ ਦੇਸ਼ ਦੇ ਬ੍ਰਾਹਮਣ ਕਹਿੰਦੇ ਹਨ ਪਰਮਾਤਮਾ ਦੀ ਬੋਲੀ, ਦੇਵਤਿਆਂ ਦੀ ਬੋਲੀ ਸੰਸਕ੍ਰਿਤ ਹੈ। ਇਹ ਜਿਹੜੀ ਸੰਸਕ੍ਰਿਤ ਭਾਸ਼ਾ ਵਿੱਚ ਹੀ ਜਿੰਨੇ ਵੇਦ ਨੇ ਸਭ ਲਿਖੇ ਗਏ ਨੇ। ਇਹ ਪ੍ਰਭੂ ਦੀ ਹੀ ਬਾਣੀ, ਉਹ ਕਹਿੰਦੇ ਨੇ ਪ੍ਰਭੂ ਦੀ ਬਾਣੀ ਸੰਸਕ੍ਰਿਤ ਹੈ, ਕਿਉਂਕਿ ਵੇਦ ਨਾਜ਼ਲ ਹੋਏ ਨੇ ਸੰਸਕ੍ਰਿਤ ਵਿੱਚ। ਇਸ ਤਰੀਕੇ ਨਾਲ ਬੋਧੀ ਪ੍ਰਭ ਦੀ ਬੋਲੀ ਪਾਲੀ ਨੂੰ ਕਹਿੰਦੇ ਨੇ। ਦੰਪਤ ਜੋ ਇਹਨਾਂ ਦਾ ਗ੍ਰੰਥ ਹੈ ਉਹ ਪਾਲੀ ਬੋਲੀ ਵਿੱਚ ਲਿਖਿਆ ਗਿਆ ਹੈ। ਸੂਫੀ ਕਹਿੰਦੇ ਨੇ ਖੁਦਾ ਪਰਸ਼ੀਅਨ ਵਿੱਚ ਬੋਲਦਾ ਹੈ। ਦਰਅਸਲ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਹੈ, ਇਹ ਜਿਹੜੀਆਂ ਭਾਸ਼ਾਵਾਂ ਨੇ ਸਾਰੀਆਂ ਇਹ ਭਾਂਡੇ ਨੇ। ਜਿਵੇਂ ਭੋਜਨ ਵੰਡਣ ਲਈ ਭਾਂਡੇ ਚਾਹੀਦੇ ਨੇ, ਸੰਸਕ੍ਰਿਤ, ਅਰਬੀ, ਫਾਰਸੀ, ਇੰਗਲਿਸ਼, ਫਰੈਂਚ ਜਿੰਨੀਆਂ ਵੀ ਭਾਸ਼ਾ ਨੇ ਇਹ ਸਭ ਭਾਂਡੇ ਨੇ। ਔਰ ਇਹਨਾਂ ਭਾਂਡਿਆਂ ਵਿੱਚ ਅਨੁਭਵ ਪ੍ਰਕਾਸ਼ ਪਰਮਾਤਮਾ ਦਾ ਗਿਆਨ ਪਾ ਕੇ ਜਗਤ ਸਾਹਮਣੇ ਰੱਖਣਾ ਪੈਂਦਾ ਹੈ। ਜੇ ਗਿਆਨ ਹੀ ਨਹੀਂ, ਵਿਚਾਰ ਹੀ ਨਹੀਂ, ਖਾਲੀ ਭਾਂਡਿਆਂ ਨਾਲ ਭੁੱਖ ਨਹੀਂ ਮਿਟਦੀ। 4 ਦਿਨ ਦਾ ਕੋਈ ਭੁੱਖਾ ਹੋਵੇ, ਸੋਨੇ ਦਾ ਭਾਂਡਾ ਰੱਖ ਦਈਏ, ਕਿਸ ਤਰ੍ਹਾਂ ਆਪਣੀ ਉਹ ਭੁੱਖ ਮਿਟਾਏਗਾ। ਭਾਸ਼ਾ ਇੱਕ ਭਾਂਡਾ ਹੈ, ਭਾਂਡੇ ਤੋਂ ਜ਼ਿਆਦਾ ਇਸ ਦੀ ਕੋਈ ਅਹਿਮੀਅਤ ਨਹੀਂ। ਜੋ ਮਨੁੱਖ ਬੋਲਦਾ ਹੈ ਦਰਅਸਲ ਇਹ ਭਾਂਡੇ ਨੇ। ਇਹਦੇ ਵਿੱਚ ਪਰਮਾਤਮਾ ਦਾ ਜੋ ਗਿਆਨ ਹੈ ਉਹ ਗਿਆਨ ਈਸ਼ਵਰ ਦਾ ਹੈ, ਬੋਲੀ ਮਨੁੱਖ ਦੀ ਹੋ ਸਕਦੀ ਹੈ। ਇਸ ਵਾਸਤੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦਾ ਗਿਆਨ ਜਗਤ ਸਾਹਮਣੇ ਰੱਖਿਆ ਔਰ ਸਾਫ਼ ਕਹਿ ਦਿੱਤਾ ਕਿ ਇਹ ਗਿਆਨ ਮੇਰਾ ਨਹੀਂ ਹੈ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਤੇ ਸਾਹਿਬ ਸਵਾਲ ਇਹ ਪੈਦਾ ਹੁੰਦਾ ਹੈ ਪਰਮਾਤਮਾ ਦੀ ਭਾਸ਼ਾ ਫਿਰ ਕੀ ਹੈ। ਕਿਸੇ ਨਾਲ ਵੀ ਸੰਬੰਧ ਜੋੜਨ ਵਾਸਤੇ, ਗੁਫ਼ਤਗੂ ਲਹਿਜਾ ਜੋੜਨ ਵਾਸਤੇ ਉਹਦੀ ਭਾਸ਼ਾ ਨੂੰ ਸਮਝਣਾ ਬਹੁਤ ਲਾਜ਼ਮੀ ਹੈ। ਅਗਰ ਬੋਲੀ ਹੀ ਸਮਝ ਵਿੱਚ ਨਹੀਂ ਆ ਰਹੀ ਜਾਂ ਜਿਸ ਦੇ ਨਾਲ ਬੋਲੇ ਜਾ ਰਹੇ ਨੇ ਉਹੀ ਸਾਡੀ ਬੋਲੀ ਨੂੰ ਨਹੀਂ ਸਮਝ ਰਿਹਾ, ਫਿਰ ਸਾਡੇ ਸੰਬੰਧ ਨਹੀਂ ਜੁੜਨਗੇ। ਇਸ ਵਾਸਤੇ ਦੋ ਐਸੇ ਬੰਦੇ ਜੋ ਇੱਕ ਦੂਜੇ ਦੀ ਬੋਲੀ ਨਾ ਸਮਝਦੇ ਹੋਣ, ਬਹੁਤ ਗੂੜ੍ਹੀ ਮਿੱਤਰਤਾ ਨਹੀਂ ਹੋ ਸਕਦੀ। ਇਸ਼ਾਰਿਆਂ ਦੇ ਆਸਰੇ ਤੇ ਬਹੁਤ ਥੋੜ੍ਹੀ ਜਿਹੀਆਂ ਗੱਲਾਂ ਨੂੰ ਸਮਝਾਇਆ ਜਾ ਸਕਦਾ ਹੈ। ਹਾਂ ਕਰਨੀ ਹੈ ਸਿਰ ਹਿਲਾ ਦੇਣਾ, ਨਾ ਕਰਨੀ ਹੈ ਸਿਰ ਹਿਲਾ ਦੇਣਾ, ਰੋਟੀ ਖਾਣ ਦਾ ਇਸ਼ਾਰਾ ਕਰ ਦੇਣਾ, ਪਾਣੀ ਪੀਣ ਦਾ ਇਸ਼ਾਰਾ ਕਰ ਦੇਣਾ। ਇਸ ਤਰ੍ਹਾਂ 5-7 ਗੱਲਾਂ ਦਾ ਹੋਰ ਇਸ਼ਾਰਾ ਹੋ ਸਕਦਾ ਹੈ, ਲੇਕਿਨ ਬਹੁਤ ਗਹਿਰੀ ਗੱਲ ਨਹੀਂ ਆਖੀ ਜਾ ਸਕਦੀ, ਨਾ ਸਮਝੀ ਜਾ ਸਕਦੀ ਹੈ, ਜਿੰਨਾ ਚਿਰ ਦੋ ਮਨੁੱਖ ਇੱਕ ਦੂਜੇ ਦੀ ਬੋਲੀ ਨੂੰ ਨਾ ਸਮਝਦੇ ਹੋਣ। ਪ੍ਰਭੂ ਤੇ ਇੰਨਾ ਗਹਿਰਾ ਹੈ, ਪ੍ਰਭੂ ਦੀ ਬੋਲੀ ਸਮਝਣੀ ਬੜੀ ਲਾਜ਼ਮੀ ਹੈ। ਪ੍ਰਭੂ ਤੇ ਸਾਰਿਆਂ ਦੀ ਬੋਲੀ ਸਮਝਦਾ ਹੈ, ਪਰ ਪ੍ਰਭੂ ਦੀ ਬੋਲੀ ਕੋਈ ਸਮਝਦਾ ਹੈ। ਜਪ ਤਪ ਸਤਸੰਗ ਇਸ ਵਾਸਤੇ ਹਨ ਪਰਮਾਤਮਾ ਦੀ ਭਾਸ਼ਾ ਸਾਨੂੰ ਸਮਝ ਆਵੇ। ਅਸੀਂ ਕੀ ਬੋਲਦੇ ਹਾਂ ਪਰਮਾਤਮਾ ਨੂੰ ਪਤਾ ਹੈ, ਪਰ ਪਰਮਾਤਮਾ ਕੀ ਬੋਲਦਾ ਹੈ ਇਹ ਸਾਨੂੰ ਨਹੀਂ ਪਤਾ। ਅਸੀਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ, ਪਰਮਾਤਮਾ ਸਾਨੂੰ ਵੇਖ ਸਕਦਾ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਉਹ ਸੁਣ ਰਿਹਾ ਹੈ ਸਾਰਿਆਂ ਨੂੰ, ਪਰ ਜਗਤ ਉਸ ਨੂੰ ਨਹੀਂ ਸੁਣਦਾ। ਨਾ ਸੁਣਨ ਦਾ ਕਾਰਨ ਮਨੁੱਖ ਨੂੰ ਉਸ ਦੀ ਭਾਸ਼ਾ ਦਾ ਗਿਆਨ ਹੀ ਨਹੀਂ ਹੈ।
ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਦੀ ਬੋਲੀ ਨਾ ਅਰਬੀ ਹੈ, ਨਾ ਫਾਰਸੀ ਹੈ, ਨਾ ਸੰਸਕ੍ਰਿਤ ਹੈ, ਨਾ ਇੰਗਲਿਸ਼ ਹੈ। ਉਸ ਦੀ ਬੋਲੀ ਹੈ ਭਾਖਿਆ ਪਉ ਅਪਾਰ। ਉਹਦੀ ਬੋਲੀ ਹੈ ਭਾਉ, ਜਿਸ ਦੇ ਅੰਦਰ ਭਾਵ ਪੈਦਾ ਹੋ ਗਿਆ, ਪਿਆਰ ਪੈਦਾ ਹੋ ਗਿਆ ਹੈ। ਇਹ ਉਹੀ ਇਸ ਨੂੰ ਸਮਝਦਾ ਹੈ, ਤੇ ਜਿਸ ਦੇ ਅੰਦਰ ਭਾਵ ਪੈਦਾ ਹੋ ਗਿਆ ਉਹੀ ਪਰਮਾਤਮਾ ਦੀ ਬੋਲੀ ਨੂੰ ਸਮਝ ਜਾਏਗਾ। ਜੈਸੇ ਜੈਸੇ ਮਨੁੱਖ ਦੇ ਅੰਦਰ ਪਿਆਰ ਪ੍ਰਫੁੱਲਤ ਹੁੰਦਾ ਹੈ, ਖਾਮੋਸ਼ੀ ਹੁੰਦੀ ਜਾਂਦੀ ਹੈ। ਪਿਆਰ ਖੁਦ ਆਪਣੇ ਆਪ ਵਿੱਚ ਬੋਲਦਾ ਹੈ। ਪਿਆਰ ਦੀ ਕੋਈ ਭਾਸ਼ਾ ਨਹੀਂ, ਪ੍ਰੇਮ ਦੀ ਕੋਈ ਭਾਸ਼ਾ ਨਹੀਂ, ਕਿਉਂਕਿ ਸਵਯੰ ਪ੍ਰੇਮ ਇੱਕ ਭਾਸ਼ਾ ਹੈ। ਇਸ ਦਾ ਬਹੁਤ ਵੱਡਾ ਅਸਰ ਹੈ, ਇਸ ਦੀ ਬਹੁਤ ਵੱਡੀ ਪਹੁੰਚ ਹੈ। ਤੇ ਪਰਮਾਤਮਾ ਜਿੱਧਰ ਕਿੱਧਰ ਪਿਆਰ ਰੂਪ ਹੋ ਕੇ ਛਾਇਆ ਹੋਇਆ ਹੈ, ਔਰ ਉਹਦੀ ਬੋਲੀ ਵਿੱਚ ਵੀ ਪਿਆਰ ਹੈ। ਉਹਦੀ ਬੋਲੀ ਵੀ ਪਿਆਰ ਹੈ ਤੇ ਉਹ ਸਮਝਦਾ ਵੀ ਪਿਆਰ ਦੀ ਬੋਲੀ ਨੂੰ ਹੀ ਹੈ। ਬਾਕੀਆਂ ਬੋਲੀਆਂ ਤਾਂ ਐਵੇਂ ਹਵਾ ਵਿੱਚ ਉੱਡ ਜਾਂਦੀਆਂ ਨੇ। ਜਿਸ ਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ ਉਹ ਪਰਮਾਤਮਾ ਦੀ ਬੋਲੀ ਵੀ ਸਮਝ ਲੈਂਦਾ ਹੈ, ਪਰਮਾਤਮਾ ਨਾਲ ਆਪਣਾ ਸੰਬੰਧ ਵੀ ਜੋੜ ਲੈਂਦਾ ਹੈ। ਪਰਮਾਤਮਾ ਦੀ ਬੋਲੀ ਹੈ ਪਿਆਰ, ਭਾਖਿਆ ਪਉ ਅਪਾਰ। ਜਿਸ ਨੂੰ ਰੋਜ਼ ਯਾਦ ਕਰੀਏ, ਯਾਦ ਹੀ ਪਿਆਰ ਬਣ ਜਾਂਦੀ ਹੈ। ਜਿਸ ਤਰ੍ਹਾਂ ਥੋੜ੍ਹੀ ਦੇਰ ਤੋਂ ਬਾਅਦ ਖਾਧਾ ਹੋਇਆ ਭੋਜਨ ਖੂਨ ਬਣ ਜਾਂਦਾ ਹੈ, ਇਸੇ ਤਰ੍ਹਾਂ ਕੀਤਾ ਹੋਇਆ ਸਿਮਰਨ ਪਿਆਰ ਬਣ ਜਾਂਦਾ ਹੈ, ਕੀਤੀ ਹੋਈ ਯਾਦ ਪਿਆਰ ਬਣ ਜਾਂਦੀ ਹੈ। ਉਹਦੀ ਬੋਲੀ ਪਿਆਰ ਹੈ, ਲੇਕਿਨ ਮਨੁੱਖ ਕਿਤੇ ਵਿਚਾਰ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ, ਕਿਧਰੇ ਧਿਆਨ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ, ਕਿਧਰੇ ਕਲਾ ਨਾਲ, ਕਿਤੇ ਗਿਆਨ ਨਾਲ, ਕਿਤੇ ਵਿਗਿਆਨ ਨਾਲ। ਤੇ ਹੁੰਦਾ ਕੀ ਹੈ, ਕਲਾਕਾਰ ਵੀ ਉਸ ਤੱਕ ਪਹੁੰਚਣ ਵਿੱਚ ਅਸਮਰਥ ਹੋ ਜਾਂਦਾ ਹੈ, ਗੁਣਵਾਨ ਵੀ ਉਸ ਤੱਕ ਨਹੀਂ ਪਹੁੰਚ ਪਾਉਂਦਾ, ਵਿਗਿਆਨਿਕ ਦੀ ਵੀ ਉੱਥੇ ਪਹੁੰਚ ਨਹੀਂ ਹੁੰਦੀ, ਗਿਆਨੀ ਵੀ ਨਹੀਂ ਪਹੁੰਚ ਪਾਉਂਦੇ। ਲੇਕਿਨ ਕੌਣ ਪਹੁੰਚ ਜਾਂਦਾ ਹੈ? ਜੋ ਪ੍ਰੇਮੀ ਹੁੰਦਾ ਹੈ, ਪ੍ਰੇਮੀ ਪਹੁੰਚ ਜਾਂਦਾ ਹੈ। ਪ੍ਰੇਮੀ ਦਾ ਸੰਬੰਧ ਜੁੜ ਜਾਂਦਾ ਹੈ, ਕਿਉਂਕਿ ਪਰਿਪੂਰਨ ਪਰਮਾਤਮਾ ਦੀ ਬੋਲੀ ਹੀ ਪਿਆਰ ਹੈ। ਪਰਮਾਤਮਾ ਸਬਗਰ ਹੈ, ਉਹ ਸਬਰਬ ਹੈ, ਵਿਆਪਕ ਹੈ, ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ, ਸਮਗਰ ਰੂਪ ਵਿੱਚ। ਤੇ ਪਿਆਰ ਦੀ ਵੀ ਕੋਈ ਸੀਮਾ ਨਹੀਂ ਹੁੰਦੀ। ਜਿਸ ਦੀ ਸੀਮਾ ਹੈ ਉਹ ਤੇ ਮੋਹ ਹੈ, ਤੇ ਜੋ ਅਸੀਮ ਹੈ ਉਹ ਪਿਆਰ ਹੈ। ਪਿਆਰ ਦੀ ਅਗਰ ਸੀਮਾ ਬਣ ਜਾਏ ਤੇ ਸਿਰਫ ਪਰਿਵਾਰ ਤੱਕ ਰਹੇਗਾ, ਮਿੱਤਰ ਤੱਕ ਹੀ ਰਹੇਗਾ, ਉਹ ਮੋਹ ਹੈ। ਜਦ ਇਹ ਬੰਧਨ ਟੁੱਟਦੇ ਨੇ, ਦੀਵਾਰਾਂ ਟੁੱਟਦੀਆਂ ਨੇ, ਤੇ ਇਹ ਮੋਹ ਹੈ ਜਿਹੜਾ ਫਿਰ ਇਹ ਪ੍ਰੇਮ ਵਿੱਚ ਕਨਵਰਟ ਹੋ ਜਾਂਦਾ ਹੈ। ਪ੍ਰੇਮ ਤੇ ਸਮਗਰ ਹੈ, ਕਿਉਂਕਿ ਪਰਮਾਤਮਾ ਸਮਗਰ ਰੂਪ ਵਿੱਚ ਵਿਆਪਕ ਹੈ। ਇਸ ਵਾਸਤੇ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਜਿਸ ਨੂੰ ਅਸੀਂ ਪਿਆਰ ਕਹਿੰਦੇ ਹਾਂ, ਅਸੀਂ ਜਿਹਨੂੰ ਪਿਆਰ ਕਹਿੰਦੇ ਹਾਂ, ਉਹ ਮੋਹ ਹੈ। ਮੋਹ ਦੇ ਸੰਬੰਧ ਦੇਣ ਲੈਣ ਤੇ ਨੇ। ਦੇਣ ਦੇ ਨਾਲ ਲੈਣਾ ਹੈ ਤੇ ਲੈਣ ਦੇ ਨਾਲ ਦੇਣਾ ਹੈ, ਤੇ ਜਿੱਥੇ ਦੇਣ ਲੈਣ ਹੋਵੇ ਉੱਥੇ ਸੰਬੰਧ ਟੁੱਟ ਜਾਂਦੇ ਨੇ। ਪ੍ਰੇਮ ਵਿੱਚ ਕੇਵਲ ਦੇਣਾ ਤੇ ਦੇਣਾ ਹੀ ਹੁੰਦਾ ਹੈ। ਪ੍ਰੇਮ ਕੇਵਲ ਕੁਰਬਾਨੀ ਹੈ। ਪ੍ਰੇਮ ਵਿੱਚ ਮਨੁੱਖ ਨਿਛਾਵਰ ਹੋ ਜਾਂਦਾ ਹੈ, ਕੁਰਬਾਨ ਹੋ ਜਾਂਦਾ ਹੈ। ਪਰਮਾਤਮਾ ਪ੍ਰੇਮ ਰੂਪ ਹੈ, ਉਹ ਸਿਰਫ ਦੇਣਾ ਹੀ ਜਾਣਦਾ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਪਹਾੜਾਂ ਜਿਤਨੀ ਸੌਗਾਤ ਦੇ ਕੇ ਵੀ ਬਦਲੇ ਵਿੱਚ ਤਿਲ ਜਿਤਨੀ ਵੀ ਉਹਦੀ ਮੰਗ ਨਹੀਂ। ਪਹਾੜ ਜਿਤਨਾ ਸਾਜੋ ਸਮਾਨ ਦੇ ਕੇ ਰੰਚਕ ਮਾਤਰ ਕਿਧਰੇ ਜਤਾਨ ਦੀ ਕੋਸ਼ਿਸ਼ ਨਹੀਂ। ਅਕਸਰ ਮਨੁੱਖ ਤਿਲ ਜਿਤਨਾ ਦੇ ਕੇ ਪਹਾੜ ਜਿਤਨਾ ਜਤਾਨ ਦੀ ਗੱਲ ਕਰਦਾ ਹੈ। ਪਿਆਰ ਦੇਣਾ ਜਾਣਦਾ ਹੈ, ਮੋਹ ਲੈਣਾ ਜਾਣਦਾ ਹੈ। ਮੋਹ ਦੇ ਵਿੱਚ ਮਾਂ ਕਹਿ ਦਿੰਦੀ ਹੈ, ਬੱਚੇ ਨੇ ਨੂੰ ਬੜਾ ਸੁੱਖ ਦਿੱਤਾ ਸੀ, ਪਰ ਬੱਚੇ ਨੇ ਸਾਨੂੰ ਸੁੱਖ ਨਹੀਂ ਦਿੱਤਾ। ਮੋਹ ਵਿੱਚ ਗ੍ਰਸਿਆ ਹੋਇਆ ਪਤੀ ਕਹਿ ਦਿੰਦਾ ਹੈ, ਮੈਂ ਤੇ ਪਤਨੀ ਨੂੰ ਸੁੱਖ ਦਿੱਤਾ ਹੈ, ਪਰ ਇਸ ਨੇ ਮੈਨੂੰ ਸੁੱਖ ਨਹੀਂ ਦਿੱਤਾ। ਮੈਂ ਤੇ ਮਿੱਤਰ ਨੂੰ ਬਹੁਤ ਸੁੱਖ ਦਿੱਤਾ, ਪਰ ਮਿੱਤਰਾਂ ਨੇ ਮੈਨੂੰ ਸੁੱਖ ਨਹੀਂ ਦਿੱਤਾ। ਤੇ ਸੁੱਖ ਦੇਣਾ ਹੈ ਤੇ ਸੁੱਖ ਲੈਣਾ ਹੈ। ਦੇਣ ਲੈਣ ਦਾ ਸੰਬੰਧ ਮੋਹ ਦਾ ਸੰਬੰਧ ਹੈ। ਪ੍ਰੇਮ ਦੀ ਕੋਈ ਸੀਮਾ ਨਹੀਂ। ਪ੍ਰੇਮ ਨਿਛਾਵਰ ਹੋਣਾ ਹੈ, ਕੁਰਬਾਨ ਹੋਣਾ ਹੈ। ਦੇਣ ਦੀ ਕਲਾ ਕੇਵਲ ਪਰਮਾਤਮਾ ਕੋਲ ਹੈ, ਜਾਂ ਇਹ ਇਹਨਾਂ ਕੋਲ ਹੁੰਦੀ ਹੈ ਜੋ ਪਰਮਾਤਮਾ ਨਾਲ ਜੁੜ ਜਾਂਦੇ ਨੇ। ਇਸ ਦੇਸ਼ ਤੇ ਗੁਰੂ ਗੋਬਿੰਦ ਸਿੰਘ ਨੇ 4 ਲਾਲ ਨਿਛਾਵਰ ਕੀਤੇ, ਆਪਣਾ ਪਿਤਾ ਕੁਰਬਾਨ ਕੀਤਾ, ਦਰ ਦਰ ਦੀਆਂ ਠੋਕਰਾਂ ਖਾਂਦੀਆਂ, ਪਰ ਬਦਲੇ ਵਿੱਚੋਂ ਦੇਸ਼ ਵਾਸੀਆਂ ਤੋਂ ਕੁਝ ਵੀ ਮੰਗ ਨਹੀਂ। ਇਸ ਬਦਲੇ ਵਿੱਚ ਸਾਨੂੰ ਕੁਝ ਦਿੱਤਾ ਜਾਏ, ਇਹ ਉਹਨਾਂ ਨੇ ਕਦੀ ਨਹੀਂ ਕਿਹਾ। ਗੁਰੂ ਨਾਨਕ ਜੀ ਨੇ 9 ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ, ਔਰ ਰੋਗੀਆਂ ਦੀ ਤਲਾਸ਼ ਕਰਦੇ ਰਹੇ। ਕਿੱਥੇ ਬੈਠਾ ਹੈ ਸੱਜਣ ਠੱਗ, ਵਲੀ ਕੰਧਾਰੀ, ਸੁਮੇਰ ਪਰਬਤ ਤੇ ਬੈਠੇ ਹੰਕਾਰ ਦੇ ਗਰਸੇ ਹੋਏ ਯੋਗੀ, ਰਿੱਧੀਆਂ ਸਿੱਧੀਆਂ ਵਿੱਚ ਫਸੇ ਹੋਏ ਮੱਕੇ ਦੇ ਬੱਦੂ। ਗੁਰੂ ਨਾਨਕ ਐਸੇ ਵੇਦ ਸਨ ਜੋ ਬਿਨਾਂ ਫੀਸ ਤੋਂ,
ਬਿਨਾਂ ਸੱਦਿਆਂ ਰੋਗੀਆਂ ਕੋਲ ਪਹੁੰਚ ਜਾਂਦਾ ਸੀ। ਇਹ ਪ੍ਰੇਮ ਦੀ ਬਹੁਤ ਵੱਡੀ ਸੌਗਾਤ ਹੈ, ਕਿਉਂਕਿ ਪ੍ਰੇਮ ਦੇਣਾ ਹੀ ਜਾਣਦਾ ਹੈ। ਸੱਜਣ ਠੱਗ ਕੋਲੋਂ ਇਤਨੀ ਵੱਡੀ ਸੌਗਾਤ ਦੇ ਕੇ ਗੁਰੂ ਨਾਨਕ ਨੇ ਕੁਛ ਨਹੀਂ ਮੰਗਿਆ। ਸੱਜਣ ਨੂੰ ਸੱਜਣਤਾ ਹੀ ਦੇ ਦਿੱਤੀ। ਹਾਂ, ਅਗਰ ਬਦਲੇ ਵਿੱਚ ਲਿਆ ਤਾਂ ਠੱਗਪੁਣਾ ਲੈ ਲਿਆ, ਕਠੋਰਤਾ ਲੈ ਲਈ, ਦਇਆ ਦੇ ਦਿੱਤੀ, ਅਗਿਆਨਤਾ ਲੈ ਲਈ, ਮੱਕੇ ਦੇ ਹਾਜੀਆਂ ਕੋਲੋਂ ਗਿਆਨ ਦੇ ਦਿੱਤਾ, ਸੁਮੇਰ ਪਰਬਤ ਤੇ ਜੋਗੀਆਂ ਕੋਲੋਂ ਹੰਕਾਰ ਲੈ ਲਿਆ, ਨਿਰਮਾਨਤਾ ਦੇ ਦਿੱਤੀ, ਹਲੀਮੀ ਦੇ ਦਿੱਤੀ। ਜੈਸੇ ਮਾਂ ਖੁਦ ਗਿੱਲੇ ਵਿੱਚ ਸੋ ਜਾਂਦੀ ਹੈ, ਬੱਚਾ ਸੁੱਕੇ ਵਿੱਚ ਸੋਏ, ਉਹਦਾ ਮਲ ਮੂਤਰ ਸਾਫ਼ ਕਰਦੀ ਹੈ, ਆਪ ਅਪਵਿੱਤਰ ਹੋ ਜਾਂਦੀ ਹੈ। ਕੋਈ ਗੱਲ ਨਹੀਂ, ਬੱਚਾ ਸਾਫ਼ ਹੋਵੇ। ਚਿੱਕੜ ਵਿੱਚ ਡਿੱਗੇ ਹੋਏ ਮਨੁੱਖ ਨੂੰ ਕੱਢਣ ਲਈ ਚਿੱਕੜ ਵਿੱਚ ਜਾਣਾ ਪੈਂਦਾ ਹੈ, ਧੱਬੇ ਲੱਗ ਜਾਂਦੇ ਨੇ। ਜਲ ਰਹੇ ਮਕਾਨ 'ਚ ਕੱਢਣਾ ਹੋਵੇ ਕਿਸੇ ਨੂੰ, ਸੇਕ ਲੱਗ ਜਾਂਦਾ ਹੈ। ਜੇ ਸੇਕ ਲੱਗਣ ਤੋਂ ਡਰਦਾ ਹੋਵੇ, ਬਹੁਤ ਔਖਾ ਹੈ। ਪਰਮਾਤਮਾ ਦੀ ਬੋਲੀ ਹੈ ਪ੍ਰੇਮ। ਉਹ ਪ੍ਰੇਮ ਦੇ ਨਾਂ 'ਤੇ ਸਿਰਫ ਜਗਤ ਨੂੰ ਦੇਣਾ ਹੀ ਜਾਣਦਾ ਹੈ। ਸਾਨੂੰ ਜੀਵਨ ਦਿੱਤਾ, ਇੰਦਰੇ ਦਿੱਤੇ, ਪਵਨ, ਸੂਰਜ, ਚੰਨ, ਤਾਰੇ ਦਿੱਤੇ। ਹੁਣ ਬਿਜਲੀ ਜਲਦੀ ਹੈ, ਮਹੀਨੇ ਬਾਅਦ ਸਾਨੂੰ ਬਿੱਲ ਦੇਣਾ ਪੈਂਦਾ ਹੈ। ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ ਹੈ, ਅਸੀਂ ਕੋਈ ਬਿੱਲ ਨਹੀਂ ਦਿੱਤਾ। ਤੇ ਲੇਕਿਨ ਜਗਤ ਜਿਸ ਢੰਗ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ, ਸਤਿਗੁਰ ਜ਼ਿਕਰ ਕਰਦੇ ਨੇ, ਆਖੇ ਮੰਗੇ ਦੇ ਦਾਤ ਕਰੇ ਦਾਤਾਰ। ਬੰਦਿਆਂ ਦੇ ਜਗਤ ਦੇ ਬੋਲਣ ਵਿੱਚ ਮੰਗ ਹੈ, ਉਹਨਾਂ ਦੇ ਬੋਲਣ ਵਿੱਚ ਸਿਫਤੋ ਸਲਾਹ ਨਹੀਂ ਹੈ, ਪ੍ਰੇਮ ਨਹੀਂ ਹੈ, ਭਗਤੀ ਨਹੀਂ ਹੈ, ਮੰਗ ਹੈ। ਜਿੱਥੇ ਆਖਣ ਵਿੱਚ ਮੰਗ ਆ ਜਾਏ, ਬੋਲਣ ਵਿੱਚ ਮੰਗ ਆ ਜਾਏ, ਉੱਥੇ ਕਿਆਮਤ ਸ਼ੁਰੂ ਹੋ ਗਈ ਸਮਝੋ। ਪਰਮਾਤਮਾ ਨੂੰ ਮੰਨਣਾ ਹੋਰ ਗੱਲ ਹੈ, ਪਰਮਾਤਮਾ ਤੋਂ ਮੰਗਣਾ ਹੋਰ ਗੱਲ ਹੈ। ਮੰਗ ਪੂਰੀ ਹੋ ਜਾਏ, ਸੰਬੰਧ ਟੁੱਟ ਜਾਂਦੇ ਨੇ। ਮੰਗ ਪੂਰੀ ਨਾ ਹੋਵੇ, ਸੰਬੰਧ ਇੰਝ ਵੀ ਟੁੱਟ ਜਾਂਦੇ ਨੇ। ਮੰਗ ਕਰਕੇ ਪਰਮਾਤਮਾ ਨਾਲ ਸੰਬੰਧ ਜੋੜਿਆ। ਪਰਮਾਤਮਾ ਵੱਡਾ ਨਹੀਂ, ਮੰਗ ਹੀ ਵੱਡੀ ਹੈ। ਦਾਤਾ ਵੱਡਾ ਨਹੀਂ, ਦਾਤ ਵੱਡੀ ਹੈ, ਕਿਉਂਕਿ ਦਾਤ ਕਰਕੇ ਉਹਦੇ ਨਾਲ ਸੰਬੰਧ ਜੋੜਿਆ ਹੈ। ਦਾਤ ਮਿਲ ਗਈ ਤੇ ਸੰਬੰਧ ਫਿਰ ਵੀ ਨਹੀਂ ਜੁੜਦੇ, ਤੇ ਦਾਤ ਨਾ ਮਿਲੀ ਤੇ ਸੰਬੰਧ ਫਿਰ ਵੀ ਟੁੱਟ ਜਾਂਦੇ ਨੇ। ਸਾਨੂੰ ਉਸ ਪਰਿਪੂਰਨ ਪਰਮਾਤਮਾ ਨੇ ਧਨ ਸੰਪਦਾ, ਭਰਾ, ਮਾਂ ਬਾਪ, ਪੁੱਤਰ ਇਤਿਆਦਿ ਦਿੱਤੇ, ਪਰ ਬੰਦਾ ਐਸਾ ਹੈ, ਦਾਤ ਨਾਲ ਹੀ ਪਿਆਰ ਪੈ ਗਿਆ। ਆਖਦੇ ਨੇ, ਆਖਣ 'ਚ ਕੀ ਹੈ, ਆਖੇ ਮੰਗੇ ਤੂੰ ਸਾਨੂੰ ਇਹ ਦੇ, ਇਹ ਦੇ। ਸਦੀਆਂ ਤੋਂ ਜੀਵ ਕੀ ਮੰਗ ਰਹੇ ਹਨ? ਜੋ ਇਸ ਦੇ ਪਿਤਾ ਨੇ ਮੰਗਿਆ, ਜੋ ਇਸ ਦੇ ਦਾਦਾ ਨੇ ਮੰਗਿਆ, ਜੋ ਇਸ ਦੇ ਪਰਦਾਦਾ ਨੇ ਮੰਗਿਆ, ਪੀੜ੍ਹੀ ਦਰ ਪੀੜ੍ਹੀ ਇਹੀ ਹੋ ਰਿਹਾ ਹੈ। ਪਹਿਲਾਂ ਵੀ ਧਨ ਦੀ ਮੰਗ ਸੀ, ਜਸ ਦੀ ਸੀ, ਪੁੱਤਰ ਦੀ ਸੀ, ਪ੍ਰਤਿਸ਼ਠਾ ਦੀ ਸੀ। ਉਦੋਂ ਵੀ ਇਹੀ ਮੰਗ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਜਦ ਕਿ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਪ੍ਰਭੂ ਜੀ ਦੇਣਾ ਹੈ ਤੇ ਆਪਣਾ ਨਾਮ ਦਿਓ। ਨਾਮ ਆ ਗਿਆ ਜਗਤ ਤੇ ਸਾਰੇ ਸਮਾਨ ਆ ਗਏ, ਖੇੜੇ ਖੁਸ਼ੀਆਂ। ਕਹਿੰਦੇ ਨੇ, ਧਾਰਮਿਕ ਬੰਦਾ ਬਹੁਤ ਸਿਆਣਾ ਹੈ, ਸੰਸਾਰੀ ਤੇ ਮੂੜ ਹੈ। ਸੰਤੋ ਮੱਖਣ ਖਾਇਆ, ਛਾਛ ਪੀਏ ਸੰਸਾਰਾ। ਭਗਤ ਕਬੀਰ ਕਹਿੰਦੇ ਨੇ, ਮੱਖਣ ਤੇ ਸੰਤ ਖਾ ਗਏ, ਬਾਕੀ ਜਗਤ ਤੇ ਲੱਸੀ ਪੀਂਦਾ ਹੈ। ਬਾਕੀ ਜਗਤ ਪਦਾਰਥਾਂ ਦੇ ਰਸ ਵਿੱਚ ਜੀਉਂਦਾ ਹੈ, ਨਾਮ ਦਾ ਰਸ ਤੇ ਭਗਤਾਂ ਨੂੰ ਮਿਲਦਾ ਹੈ। ਜੋ ਵਾਸਨਾ ਵਸ ਹੋ ਕੇ, ਕਾਮਨਾ ਵਸ ਹੋ ਕੇ ਪ੍ਰਾਰਥਨਾ ਕਰਦੇ ਨੇ, ਮੰਗਦੇ ਨੇ, ਤੇ ਮੰਗਾਂ ਤੇ ਪੂਰੀਆਂ ਹੋ ਜਾਣਗੀਆਂ। ਸਾਹਿਬ ਕਹਿੰਦੇ ਨੇ, ਦਾਤ ਕਰੇ ਦਾਤਾਰ। ਦਾਤਾਂ ਲਾਜ਼ਮੀ ਦਿੰਦਾ ਹੈ। ਕਈ ਦਫਾ ਮੰਗ ਬਹੁਤ ਜ਼ਿਆਦਾ ਹੁੰਦੀਆਂ ਨੇ, ਜੀਵਨ ਦੀ ਝੋਲੀ ਛੋਟੀ ਹੁੰਦੀ ਹੈ। ਮੰਗ ਦੀ ਪੂਰਤੀ ਵਾਸਤੇ ਅਗਲਾ ਜਨਮ ਚਾਹੀਦਾ ਹੈ, ਹੋਰ ਜਨਮ ਹੋ ਜਾਂਦਾ ਹੈ। ਜੀਵਨ ਦੀ ਝੋਲੀ ਫਿਰ ਇਸ ਤਰੀਕੇ ਨਾਲ ਵੱਡੀ ਹੁੰਦੀ ਜਾਂਦੀ ਹੈ। ਪਿਛਲੇ ਜਨਮ ਦੀ ਮੰਗ ਨੇ ਸਾਨੂੰ ਇਹ ਜਨਮ ਦਿੱਤਾ, ਤੇ ਇਸ ਜਨਮ ਦੀਆਂ ਖੁਆਇਸ਼ਾਂ ਨੇ ਸਾਨੂੰ ਅੱਗੇ ਜਨਮ ਦੇ ਦੇਣਾ ਹੈ। ਸਤਿਗੁਰ ਕਹਿੰਦੇ ਨੇ, ਵਾਸ਼ਨਾ ਬੱਧਾ ਆਵੇ ਜਾਏ। ਜਿੰਨਾ ਚਿਰ ਤੱਕ ਖੁਆਇਸ਼ਾਂ ਨਹੀਂ ਮੁੱਕਦੀਆਂ, ਉਹਨਾਂ ਚਿਰ ਤੱਕ ਜਨਮ ਮਰਨ ਨਹੀਂ ਮੁੱਕਦਾ। ਅਸੀਂ ਮੰਗੀ ਜਾ ਰਹੇ ਹਾਂ, ਇਸ ਮੰਗ ਨੇ ਜ਼ਰੂਰ ਪੂਰੀ ਹੋਣਾ ਹੈ। ਨਵਾਂ ਦਿਨ ਅਨੇਕਾਂ ਮੰਗਾਂ ਨੂੰ ਜਨਮ ਦਿੰਦਾ ਹੈ, ਤੇ ਨਵਾਂ ਦਿਨ ਜੀਵਨ ਛੋਟਾ ਕਰੀ ਜਾਂਦਾ ਹੈ। ਇਸ ਕਰਕੇ ਅਗਲਾ ਜਨਮ ਲਾਜ਼ਮੀ ਹੈ। ਤੇ ਸਾਹਿਬ ਕਹਿੰਦੇ ਨੇ, ਕਰਮੀ ਆਵੇ ਕੱਪੜਾ। ਕਾਮਨਾ ਨਾਲ ਕੀਤੇ ਹੋਏ ਕਰਮਾਂ ਕਰਕੇ ਸਰੀਰ ਮਿਲੇਗਾ, ਪਰ ਮੋਖ ਦਵਾਰ ਕਿਸ ਤਰ੍ਹਾਂ ਮਿਲੇਗਾ? ਨਦਰੀ ਮੋਖ ਦਵਾਰ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ। ਤੇ ਪ੍ਰਸ਼ਨ ਹੈ, ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ। ਕੀ ਅੱਗੇ ਰੱਖੀਏ, ਕੀ ਪੇਂਟ ਕਰੀਏ ਜਿਹਦੇ ਨਾਲ ਦਿਸ ਪਵੇ ਮੁਕਤੀ ਦਾ ਦਰਬਾਰ, ਪਰਮ ਆਨੰਦ, ਪ੍ਰਭੂ ਦਾ ਦਰਬਾਰ। ਔਰ ਫਿਰ ਮੂੰਹ ਕੇ ਬੋਲੀਏ, ਜੇ ਮੰਗੀਏ ਕੁਝ ਨਾ ਤੇ ਕੀ ਬੋਲੀਏ। ਅੱਗੇ ਆਖੇ ਮੰਗੇ ਦੇ, ਇਹ ਛੱਡ ਦਈਏ ਮੰਗਣਾ, ਛੱਡ ਦਈਏ ਇਹ ਦੇ, ਉਹ ਦੇ, ਫਿਰ ਕੀ ਬੋਲੀਏ। ਮੂੰਹ ਕੇ ਬੋਲੀਏ ਜਿਸ ਸੁਨ ਧਰੇ ਪਿਆਰ।
ਜਿਹਨੂੰ ਸੁਣ ਕੇ ਪ੍ਰਭੂ ਪਿਆਰ ਪਾਵੇ, ਜਿਹਨੂੰ ਸੁਣ ਕੇ ਪ੍ਰਭੂ ਖੁਸ਼ ਹੋਵੇ। ਮੰਗ ਨੂੰ ਸਾਹਮਣੇ ਰੱਖੀਏ, ਪਰਮਾਤਮਾ ਖੁਸ਼ ਨਹੀਂ ਹੋ ਸਕਦਾ। ਸਾਹਿਬ ਸ੍ਰੀ ਗੁਰੂ ਨਾਨਕ ਜੀ ਫਰਮਾਨ ਕਰਦੇ ਨੇ, ਅਸੀਂ ਰੋਜ਼ਾਨਾ ਜੋ ਮੰਗ ਮੰਗਦੇ ਹਾਂ, ਇਹ ਮੰਗ ਸਾਨੂੰ ਹੌਲਾ ਕਰ ਦਿੰਦੀ ਹੈ। ਮੰਗ ਸੰਬੰਧ ਕਮਜ਼ੋਰ ਕਰ ਦਿੰਦੀ ਹੈ, ਔਰ ਮੰਗ ਵੱਧਦੀ ਗਈ ਤੇ ਸੰਬੰਧ ਟੁੱਟ ਵੀ ਜਾਂਦੇ ਨੇ। ਮੰਗ ਜਦ ਬਹੁਤ ਵੱਧ ਜਾਣ, ਹੂ ਬਹੂ ਇਹੀ ਨਿਯਮ ਪਰਮਾਤਮਾ ਤੇ ਵੀ ਲਾਗੂ ਹੁੰਦਾ ਹੈ। ਮੰਗ ਕਰਕੇ ਹੀ ਸੰਬੰਧ ਜੋੜੀਏ ਤੇ ਅਸਲੀ ਸੰਬੰਧ ਮੰਗ ਨਾਲ ਹੀ ਜੁੜਿਆ ਹੁੰਦਾ ਹੈ, ਪਰਮਾਤਮਾ ਨਾਲ ਨਹੀਂ। ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਸ ਸੁਣ ਤਰੇ ਪਿਆਰ। ਕੀ ਬੋਲੀਏ? ਜਿਸ ਨੂੰ ਪਰਮਾਤਮਾ ਸੁਣੇ ਤੇ ਪਿਆਰ ਪਾਵੇ, ਪ੍ਰਸੰਨ ਹੋਵੇ। ਹੁਣ ਭੇਟ ਕੀ ਕਰਨਾ ਹੈ ਔਰ ਬੋਲਣਾ ਕੀ ਹੈ, ਇਸ ਨੂੰ ਸਤਿਗੁਰੂ ਮਹਾਰਾਜ ਜੀ ਅਗਲੀ ਪੰਕਤੀਆਂ ਵਿੱਚ ਬੋਲਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭੇਟ ਕਰਨਾ ਹੈ ਉਹਦੇ ਅੱਗੋਂ ਅੰਮ੍ਰਿਤ ਵੇਲਾ। ਇਹ ਆਪਣੇ ਕੋਲ ਨਾ ਰੱਖ, ਤੂੰ ਦਿਨ ਆਪਣੇ ਕੋਲ ਰੱਖ, ਰਾਤ ਆਪਣੇ ਕੋਲ ਰੱਖ। ਦਿਨ ਵੀ ਤੇਰਾ, ਰਾਤ ਵੀ ਤੇਰਾ, ਪਰ ਜਿਸ ਵਕਤ ਦਿਨ ਦਿਨ ਨਾ ਹੋਵੇ, ਰਾਤ ਰਾਤ ਨਾ ਹੋਵੇ, ਅੰਮ੍ਰਿਤ ਵੇਲਾ ਪ੍ਰਭੂ ਨੂੰ ਭੇਂਟ ਕਰ ਦੇ। ਉਹ ਈਸ਼ਵਰ ਦਾ ਹੈ, ਉਹ ਤੇਰਾ ਨਹੀਂ। ਜਿਸ ਵਕਤ ਪੋਹ ਫੁੱਟਦੀ ਹੈ, ਥੋੜ੍ਹੀ ਥੋੜ੍ਹੀ ਰਾਤ ਅਖੀਰ 'ਤੇ ਹੁੰਦੀ ਹੈ, ਥੋੜ੍ਹਾ ਥੋੜ੍ਹਾ ਉਜਾਲਾ ਪ੍ਰਗਟ ਹੁੰਦਾ ਹੈ, ਉਸ ਸਮੇਂ ਨੂੰ ਅਲਿਲ ਸੁਭਾ ਕਹੀਦਾ ਹੈ, ਬ੍ਰਹਮ ਮੁਹੂਰਤ ਆਖਿਆ ਜਾਂਦਾ ਹੈ। ਗੁਰਮਤਿ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਆਖਿਆ ਗਿਆ ਹੈ, ਕਿਉਂਕਿ ਇਸ ਵੇਲੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਦਿਨ ਆਪਣਾ ਗਲਬਾ ਪਾਉਣ ਵਿੱਚ ਅਸਮਰਥ ਹੁੰਦਾ ਹੈ, ਰਾਤ ਆਪਣਾ ਗਲਬਾ ਪਾਉਣ ਵਿੱਚ ਅਸਮਰਥ ਹੁੰਦੀ ਹੈ। ਉਸ ਸਮੇਂ ਦਿਨ ਦੇ ਧੰਦੇ ਬੇਚੈਨ ਨਹੀਂ ਕਰਦੇ, ਰਾਤ ਦੀ ਕਾਮਨਾ ਬੇਚੈਨ ਨਹੀਂ ਕਰਦੀ। ਇਸ ਵਾਸਤੇ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਅਗਰ ਬੰਦਾ ਇਸ ਵਕਤ ਸੁੱਤਾ ਰਹਿ ਗਿਆ ਤਾਂ ਇਹ ਵੇਲਾ ਤੂੰ ਆਪਣੇ ਕੋਲ ਰੱਖ ਲਿਆ। ਨਹੀਂ, ਇਹ ਪ੍ਰਭੂ ਨੂੰ ਭੇਂਟ ਕਰ, ਇਹ ਈਸ਼ਵਰ ਨੂੰ ਭੇਂਟ ਕਰ। ਭਾਈ ਸਾਹਿਬ ਨੰਦ ਲਾਲ ਜੀ ਦਾ ਫਰਮਾਨ ਹੈ, ਜਿਸ ਮਨੁੱਖ ਵਿੱਚ ਰੰਚਕ ਮਾਤਰ ਵੀ ਜ਼ਿੰਦਗੀ ਪ੍ਰਤੀ ਬੇਦਾਰੀ ਪ੍ਰਗਟ ਹੋਈ, ਸੀਰੀਅਸ ਹੋਇਆ ਹੋਇਆ ਮਨੁੱਖ, ਉਸ ਮਨੁੱਖ ਨੇ ਆਪਣਾ ਅੰਮ੍ਰਿਤ ਵੇਲਾ ਸੋਣਾ ਹਰਾਮ ਕਰ ਦਿੱਤਾ ਹੈ। ਉਹ ਉਸ ਵਕਤ ਸੋਣਾ ਹਰਾਮ ਸਮਝਦਾ ਹੈ। ਜਿਸ ਬੰਦੇ ਨੇ ਅੰਮ੍ਰਿਤ ਵੇਲਾ ਪ੍ਰਭੂ ਦੇ ਚਰਨਾਂ ਵਿੱਚ ਰੱਖ ਦਿੱਤਾ, ਉਸ ਵੇਲੇ ਬੰਦਗੀ ਕਰ ਰਿਹਾ ਹੈ, ਸਮਾਂ ਭੇਟ ਕਰ ਦਿੱਤਾ। ਉਹਦੀ ਮਹਿਮਾ ਭਾਈ ਗੁਰਦਾਸ ਜੀ ਇਸ ਢੰਗ ਨਾਲ ਬਿਆਨ ਕਰਦੇ ਨੇ, ਮੇਰੇ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਦੇ ਨਖੂਨ ਤੱਕ ਟੁਕੜੇ ਟੁਕੜੇ ਕਰਕੇ, ਰੇਜਾ ਰੇਜਾ ਕਰਕੇ, ਪੁਰਜਾ ਪੁਰਜਾ ਕਰਕੇ ਸਰੀਰ ਦੇ ਪੁਰਜਾ ਕਰੀਏ ਤੇ ਸਿੱਖ ਨੇ ਉਹਨਾਂ ਦੇ ਕਦਮਾਂ ਉੱਤੇ ਮੇਰਾ ਮਾਸ ਦੀਆਂ ਟੁਕੜਿਆਂ ਨੂੰ ਨਿਛਾਵਰ ਕਰ ਦਈਏ। ਫਿਰ ਵੀ ਜੇ ਟੁਕੜੇ ਬਚਣ ਤੇ ਕੀ ਕਰੀਏ? ਫਿਰ ਜਲਾ ਦਈਏ ਮੇਰਾ ਜੋ ਟੁਕੜਿਆਂ ਨੂੰ, ਔਰ ਹੱਡੀਆਂ ਬਚ ਜਾਣ ਤਾਂ ਉਹਨਾਂ ਨੂੰ ਪੀਸ ਦਈਏ। ਫਿਰ ਹੱਡੀਆਂ ਦੇ ਚੂਰੇ ਨੂੰ ਕੀ ਕਰੀਏ? ਮਾਸ ਦੀ ਭਸਮ ਨੂੰ ਕੀ ਕਰੀਏ? ਭਾਈ ਸਾਹਿਬ ਫਰਮਾਨ ਕਰਦੇ ਨੇ, ਪਵਨ ਮੇਰੀ ਹੱਡੀਆਂ ਦੇ ਚੂਰੇ ਨੂੰ, ਭਸਮ ਨੂੰ ਉਡਾ ਕੇ ਲੈ ਜਾਵੇ। ਕਿੱਥੇ ਉਡਾ ਕੇ ਲੈ ਜਾਵੇ? ਅੰਮ੍ਰਿਤ ਵੇਲੇ ਜਦ ਗੁਰੂ ਦੇ ਮਾਰਗ 'ਤੇ ਚੱਲਦਿਆਂ ਹੋਇਆ ਕੋਈ ਸਿੱਖ ਪੈਰ ਰੱਖੇ, ਇਹ ਪਵਨ ਉਹਦੇ ਕਦਮਾਂ ਦੇ ਥੱਲੇ ਮੇਰੇ ਮਾਸ ਦੀ ਭਸਮ ਪਾ ਦੇਵੇ। ਉਹ ਇੰਨਾ ਪਾਵਨ ਹੈ, ਮੈਂ ਪਾਵਨ ਹੋ ਜਾਵਾਂਗਾ। ਹੁਣ ਇਹਨੂੰ ਬਦਕਿਸਮਤੀ ਹੀ ਸਮਝੀਏ। ਮਨੁੱਖ ਦਿਨ ਨੂੰ ਵੀ ਆਪਣੇ ਕੋਲ ਰੱਖ ਲੈਂਦਾ ਹੈ, ਰਾਤ ਨੂੰ ਵੀ, ਅੰਮ੍ਰਿਤ ਵੇਲਾ ਵੀ ਆਪਣੇ ਕੋਲ ਰੱਖਦਾ ਹੈ। ਇਹਨੂੰ ਤੇ ਪ੍ਰਭੂ ਕੋਲ ਭੇਂਟ ਕਰਨਾ ਸੀ। ਜੇ ਤੁਹਾਨੂੰ ਮੋਖ ਦੁਆਰ ਚਾਹੀਦਾ ਸੀ, ਅਭਿਆਸੀ ਮਨੁੱਖਾਂ ਨੇ ਤਜੁਰਬਾ ਕਰਕੇ ਵੇਖਿਆ ਹੋਇਆ ਹੈ, ਜਦ ਦਿਨ ਨੂੰ ਭਜਨ ਕਰਨ ਬੈਠੀਏ ਤਾਂ ਭਜਨ ਨਹੀਂ ਹੁੰਦਾ, ਧੰਦੇ ਚੈਨ ਨਹੀਂ ਆਉਣ ਦਿੰਦੇ। ਰਾਤ ਨੂੰ ਭਜਨ ਕਰ ਬੈਠੀਏ ਤਾਂ ਨੀਂਦ ਕਾਮਣਾ ਚਾਰੋਂ ਪਾਸੋਂ ਆ ਘੇਰ ਲੈਂਦੀ ਹੈ। ਪਰ ਜੇ ਅੰਮ੍ਰਿਤ ਵੇਲੇ ਜੁੜ ਕੇ ਬੈਠੀਏ, ਸਹੀ ਢੰਗ ਨਾਲ ਅਕਾਲ ਪੁਰਖ ਚੇਤੇ ਆਉਂਦਾ ਹੈ। ਸੱਚੇ ਨਾਮ ਦਾ ਜਾਪ ਕਰ, ਵਡਿਆਈ ਦੀ ਵਿਚਾਰ ਕਰ। ਅੰਮ੍ਰਿਤ ਵੇਲੇ ਵਡਿਆਈ ਦੀ ਵਿਚਾਰ ਤਾਂ ਨਹੀਂ ਕਰਨੀ ਕਿ ਪਰਮਾਤਮਾ ਨੂੰ ਲੋੜ ਹੈ ਸਾਡੇ ਵੱਡਾ ਆਖਣ ਨਾਲ ਉਹ ਵੱਡਾ ਨਹੀਂ ਹੋ ਜਾਂਦਾ, ਤੇ ਨਾ ਆਖੀਏ ਤੇ ਛੋਟਾ ਵੀ ਨਹੀਂ ਹੁੰਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਹਾਂ, ਜੇ ਉਸ ਨੂੰ ਵੱਡਾ ਆਖਦਾ ਹੈ, ਜੋ ਉਸ ਨੂੰ ਵੱਡਾ ਆਖਦਾ ਹੈ, ਆਪ ਵੱਡਾ ਹੋ ਜਾਂਦਾ ਹੈ। ਜੋ ਉਸ ਨੂੰ ਦਿਆਲੂ ਆਖਦਾ ਹੈ, ਆਪ ਦਿਆਲੂ ਹੋ ਜਾਂਦਾ ਹੈ। ਜੋ ਗਿਆਨੀ ਆਖਦਾ ਹੈ, ਆਪ ਗਿਆਨੀ ਹੋ ਜਾਂਦਾ ਹੈ। ਜੋ ਆਪ ਪਰਮਾਤਮਾ ਨੂੰ ਦਾਤਾਰ ਆਖਦਾ ਹੈ, ਉਹ ਖੁਦ ਵੀ ਦਾਤਾਰ ਹੋ ਜਾਂਦਾ ਹੈ। ਓਏ ਦਾਤੇ ਦੁੱਖ ਕਾਟਣਹਾਰ, ਉਹ ਖੁਦ ਵੀ ਦੁੱਖਾਂ ਦੇ ਕੱਟਣ ਵਾਲਾ ਬਣ ਜਾਂਦਾ ਹੈ। ਜਦ ਮਨ ਦੇ ਵਿੱਚ ਪ੍ਰੇਮ ਦਾ ਰਤਨ ਹੋਵੇ ਤੇ ਅੱਖਾਂ ਵਿੱਚ ਅੰਮ੍ਰਿਤ ਆ ਜਾਂਦਾ ਹੈ।
ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਂਦੀ ਹੈ। ਮਨੁੱਖ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਜਿਸ ਮਨੁੱਖ ਦੇ ਮਨ ਵਿੱਚ ਪ੍ਰੇਮ ਦਾ ਰਤਨ ਹੈ। ਐਸਾ ਹੀ ਇੱਕ ਸਿੱਖ ਸਤਿਗੁਰ ਅਰਜਨ ਦੇਵ ਕੋਲ ਆ ਕੇ ਬੈਠਾ। ਸਤਿਗੁਰ ਕਹਿੰਦੇ ਨੇ, ਦੱਸ ਤੇ ਸਹੀ ਤੇਰੇ ਤੇ ਬਖਸ਼ਿਸ਼ ਕਿਵੇਂ ਹੋਈ। ਨੀਂਦ ਨੂੰ ਤਿਆਗ ਕੇ, ਮੋਹ ਨੂੰ ਤਿਆਗ ਕੇ ਤੂੰ ਉੱਠ ਬੈਠਾ ਹੈ। ਮਹਾਮੋਹਣੀ ਮਾਇਆ ਤੈਨੂੰ ਨਹੀਂ ਵਿਆਪੀ, ਤੇ ਆਲਸ ਕਿੱਥੇ ਚਲਾ ਗਿਆ ਤੇਰਾ। ਜਿਸ ਆਲਸ ਨੇ ਅੰਮ੍ਰਿਤ ਵੇਲੇ ਸਾਰੇ ਜਗਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਆਪਣੇ ਦਾਮਨ ਵਿੱਚ ਲੈ ਲਿਆ, ਤੂੰ ਕਿਵੇਂ ਉਸ ਤੋਂ ਪੱਲਾ ਛੁਡਾ ਲਿਆ, ਕਿਸ ਤਰ੍ਹਾਂ ਆ ਗਿਆ, ਤੂੰ ਬਚ ਕੇ ਕਿਸ ਤਰ੍ਹਾਂ ਆ ਗਿਆ। ਆਲਸ ਨੂੰ ਇੱਕ ਪਾਸੇ ਕਿੱਦਾਂ ਕੀਤਾ। ਜਿਸ ਮਾਇਆ ਦੇ ਮੋਹ ਨੇ ਆਮ ਮਨੁੱਖਾਂ ਦੀ ਤੇ ਗੱਲ ਇੱਕ ਪਾਸੇ ਦੇਵਤਿਆਂ ਤੱਕ ਨੂੰ ਛਾਲਿਆ ਹੈ, ਜਿਹਦੇ ਸਾਹਮਣੇ ਦੇਵਤੇ ਵੀ ਆਪਣੀ ਦਿਵਯ ਸ਼ਕਤੀ ਬਚਾ ਨਹੀਂ ਰੱਖ ਸਕੇ। ਦੱਸ ਤੂੰ ਕਿੱਦਾਂ ਰੱਬੀ ਗੁਣ ਬਚਾ ਕੇ ਤੇ ਆਤਮਾ ਕਿੱਦਾਂ ਬਚਾਈ। ਜਿਸ ਤ੍ਰਿਸ਼ਨਾ ਦੀ ਅੱਗ ਨੇ ਬਗੀਚੇ ਦੇ ਬਗੀਚੇ ਸਾੜ ਕੇ ਰਾਖ ਕਰਤੇ, ਚਮਨ ਉਜਾੜ ਕੇ ਸਵਾਹ ਕਰਤੇ, ਤੂੰ ਹਰਾ ਭਰਾ ਰਹਿ ਗਿਆ ਕਿਵੇਂ। ਹੁਣ ਬਾਗ ਵਿੱਚ 1000 ਬੂਟੇ ਹੋਵਣ, 999 ਸੜ ਜਾਣ, ਇੱਕ ਬਚ ਜਾਏ ਤੇ ਇਹ ਤੇ ਅਚੰਭਾ ਹੀ ਹੋਏਗਾ, ਹੈਰਾਨਗੀ ਹੋਵੇਗੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੂੰ ਹਰਾ ਬੂਟਾ ਕਿਵੇਂ ਰਹਿ ਗਿਆ, ਜਿਹਨੂੰ ਗਿਆਨ ਦੇ ਫੁੱਲ ਤੇ ਨਾਮ ਦੇ ਫਲ, ਸ਼ਾਂਤੀ ਦੀ ਸੰਘਣੀ ਛਾਂ ਹੈ, ਤੇਰੇ ਕੋਲ ਬਹਾਰ ਹੈ, ਅੱਗ 'ਚ ਵੀ ਰਹਿਮਤ ਕਿਵੇਂ ਹੋ ਗਈ। ਤੇ ਉਹ ਅੱਗੋਂ ਕਹਿੰਦੇ ਨੇ, ਸਾਧੂ ਦੀ ਸੰਗਤ ਪ੍ਰਾਪਤ ਹੋਈ ਹੈ, ਤੇ ਇਸ ਸੰਗਤ ਨੇ ਪ੍ਰੇਮ ਪੈਦਾ ਕਰਤਾ ਹੈ ਮਨ 'ਚ। ਹਕੀਕਤ ਹੈ ਧਨਵਾਨ ਕੋਲ ਬੈਠੀਏ ਧਨ ਚੇਤੇ ਆਵੇਗਾ ਬਾਰ-ਬਾਰ, ਕਲਾਕਾਰ ਕੋਲ ਬੈਠੀਏ ਕਲਾ ਚੇਤੇ ਆਉਂਦੀ ਹੈ, ਸੰਗੀਤਕਾਰ ਕੋਲ ਬੈਠੀਏ ਸੰਗੀਤ, ਦਾਰਸ਼ਨਿਕ ਕੋਲ ਬੰਦਾ ਫਿਲੋਸਫਰ ਵਾਲੀਆਂ ਗੱਲਾਂ ਸਮਝਦਾ ਹੈ, ਤੇ ਕੋਲ ਬੈਠੀਏ ਤੇ ਸ਼ਾਇਰੀ ਚੇਤੀ ਹੁੰਦੀ ਹੈ। ਰੱਬ ਨਾਲ ਜੁੜੀ ਹੋਈ ਆਤਮਾ ਕੋਲ ਜੇ ਬੈਠੀਏ ਤੇ ਪ੍ਰਭੂ ਨਾਲ ਜੁੜਨ ਦਾ ਖਿਆਲ ਪੈਦਾ ਹੋ ਜਾਂਦਾ ਹੈ, ਵਿਚਾਰਾਂ ਦਾ ਜਨਮ ਹੋ ਜਾਂਦਾ ਹੈ। ਸਾਧ ਕੇ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੋ ਜੁੜਿਆ ਹੈ ਉਸ ਦੀ ਸੰਗਤ ਨਾਲ ਪਰਮਾਤਮਾ ਆਪਣੇ ਆਪ ਚੇਤੇ ਆਉਂਦਾ ਹੈ। ਗੁਣਵਾਲ ਕੋਲ ਗੁਣ ਚੇਤੇ, ਸਾਧੂ ਕੋਲ ਬੈਠੀਏ ਰੱਬ ਚੇਤੇ ਆਉਂਦਾ ਹੈ। ਗੁਰੂ ਨਾਨਕ ਸਾਹਿਬ ਇਸ ਪਾਵਨ ਪਵਿੱਤਰ ਪੌੜੀ ਵਿੱਚ ਬਿਆਨ ਕਰਦੇ ਨੇ, ਤੂੰ ਅੰਮ੍ਰਿਤ ਵੇਲੇ ਪ੍ਰਭੂ ਨੂੰ ਭੇਂਟ ਕਰ। ਤੂੰ ਅੱਜ ਤੱਕ ਧਨ, ਅੰਨ, ਵਸਤਰ ਭੇਂਟ ਕੀਤਾ, ਗੱਲ ਨਹੀਂ ਬਣੀ। ਦੇਖਣ ਵਿੱਚ ਆਇਆ ਹੈ ਕਰੋੜਾਂ ਦਾ ਦਾਨ ਕਰਨ ਵਾਲੇ ਵੀ ਦੁਖੀ ਦਿਖਾਈ ਦੇ ਰਹੇ ਨੇ, ਬੇਚੈਨ ਦਿਖਾਈ ਦੇ ਰਹੇ ਨੇ। ਦਾਨ ਨਾਲ ਹਿਰਦਿਆ ਪਵਿੱਤਰ ਨਹੀਂ ਹੁੰਦਾ, ਗਿਆਨ ਨਾਲ ਵੀ ਨਹੀਂ ਹੁੰਦਾ ਹਿਰਦਿਆ ਪਵਿੱਤਰ। ਪ੍ਰੇਮ ਨਾਲ, ਇਸ ਵਾਸਤੇ ਕਹਿੰਦੇ ਨੇ, ਪ੍ਰੇਮ ਪੈਦਾ ਹੋ ਸਕੇ ਸੱਚੇ ਨਾਮ ਦਾ ਰਟਨ ਕਰ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ। ਜਿਵੇਂ ਸਵਾਸ ਚੱਲ ਰਹੇ ਨੇ, ਨਬਜ਼ ਚੱਲ ਰਹੀ ਹੈ, ਦਿਲ ਧੜਕ ਰਿਹਾ ਹੈ, ਬਾਰ-ਬਾਰ ਇਸੇ ਤਰੀਕੇ ਨਾਲ ਹੀ ਬਾਰ-ਬਾਰ ਜਾਪ ਕਰ। ਪੁਨਰੁਕਤੀ ਹੀ ਜ਼ਿੰਦਗੀ ਹੈ, ਜਾਪ ਹੀ ਅਧਿਆਤਮਿਕ ਜ਼ਿੰਦਗੀ ਹੈ। ਜੇ ਇਹਦਾ ਨਾ ਕੀਤਾ ਤਾਂ ਦੁਬਾਰਾ ਜਨਮ ਹੋ ਜਾਏਗਾ, ਜੇ ਅਸੀਂ ਜਾਪ ਨਾ ਕੀਤਾ ਦੁਬਾਰਾ ਜਨਮ ਹੋ ਜਾਏਗਾ। ਮੋਕਸ਼ ਦੁਆਰ ਤਾਂ ਨਜ਼ਰ ਨਾਲ, ਰਹਿਮਤ ਨਾਲ ਮਿਲੇਗਾ। ਰਹਿਮਤ ਉਹਦੇ ਤੇ ਹੋਵੇਗੀ ਜੋ ਅੰਮ੍ਰਿਤ ਵੇਲਾ ਭੇਟ ਕਰੇਗਾ, ਜਾਪ ਕਰੇਗਾ, ਵਡਿਆਈ ਦੀ ਵਿਚਾਰ ਕਰੇਗਾ, ਔਰ ਉਸ ਦੀ ਦ੍ਰਿਸ਼ਟੀ ਐਵੇਂ ਜਾਣੇਗੀ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਉਹ ਫਿਰ ਇਹ ਜਾਣ ਲੈਂਦਾ ਹੈ ਹਰ ਪਾਸੇ ਜੋ ਕੁਝ ਵੀ ਹੈ ਉਹੀ ਸਚਿਆਰ ਹੈ, ਉਹੀ ਪਰਮਾਤਮਾ ਹੈ, ਉਹੀ ਈਸ਼ਵਰ ਹੈ। ਜਿਵੇਂ ਹਾਫਿਜ਼ ਕਹਿੰਦੇ ਨੇ, ਮੈਂ ਇਹ ਨਹੀਂ ਜਾਣਦਾ ਤੇਰੀ ਹਸਤੀ ਕੀ ਹੈ, ਤੂੰ ਕੌਣ ਹੈ, ਤੇਰੀ ਮਹਿਮਾ ਕੀ ਹੈ, ਪਰ ਜੋ ਕੁਝ ਵੀ ਹੈ ਤੂੰ ਹੀ ਹੈ, ਤੂੰ ਹੀ ਹੈ। ਸੋ ਸਾਹਿਬ ਕਹਿੰਦੇ ਨੇ, ਅੰਮ੍ਰਿਤ ਵੇਲੇ ਜਾਪ ਕਰੇਗਾ, ਵਡਿਆਈ ਵਿਚਾਰ ਕਰੇਗਾ, ਉਸ ਨੂੰ ਪਵਿੱਤਰਤਾ ਮਿਲੇਗੀ, ਔਰ ਇਹ ਪ੍ਰਤੀਤ ਮਿਲੇਗੀ, ਜਾਣ ਲਵੇਗਾ ਹਰ ਪਾਸੇ ਜੋ ਕੁਝ ਵੀ ਹੈ ਉਹੀ ਸਚਿਆਰ ਹੈ, ਪ੍ਰਭੂ ਹੈ, ਉਸ ਤੋਂ ਬਿਨਾਂ ਕੁਝ ਨਹੀਂ। ਦਿਵ ਦ੍ਰਿਸ਼ਟੀ ਮਿਲ ਜਾਏਗੀ। ਵਾਕਈ ਹੀ ਇਹ ਤੱਕਣੀ ਹੁੰਦੀ ਹੈ, ਉਹੋ ਜਿਹਿਆਂ ਦੀ ਇਹੋ ਜਿਹੀ ਤੱਕਣੀ ਹੋ ਜਾਂਦੀ ਹੈ, ਜੈਸੀ ਤੱਕਣੀ ਹੁੰਦੀ ਹੈ ਵੈਸੇ ਸੰਸਾਰ ਬਣ ਜਾਂਦਾ ਹੈ। ਤੇ ਇਹ ਸੀ ਜੀ ਜਪਜੀ ਸਾਹਿਬ ਦੀ ਚੌਥੀ ਪੌੜੀ ਦੀ ਵਿਆਖਿਆ। ਸਾਚਾ ਸਾਹਿਬ ਸਾਚ ਨਾਈ, ਭਾਖਿਆ ਭਾਉ ਅਪਾਰ, ਆਖੇ ਮੰਗੈ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਸ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ।